क्वेश्चन नंबर 8 उचित स्थान ਤੇ ਅਲਪ ਵਿਰਾਮ ਕੋਮਾਸ ਦੀ ਵਰਤੋਂ ਕਰਕੇ ਅੰਤਰਰਾਸ਼ਟਰੀ ਲੇਖਣ ਪ੍ਰਣਾਲੀ ਅਨੁਸਾਰ ਲਿਖੋ। ਪਹਿਲਾਂ ਅਸੀਂ ਭਾਰਤੀ ਲੇਖਣ ਪ੍ਰਣਾਲੀ ਜੋ ਹੈ ਸਮਝੀ ਹੈ ਵੀ ਜੋ ਸੰਖਿਆਵਾਂ ਨੇ ਉਹਨਾਂ ਨੂੰ ਭਾਰਤੀ ਲੇਖਣ ਪ੍ਰਣਾਲੀ ਦੇ ਅਨੁਸਾਰ ਕਿੱਦਾਂ ਜੋ ਹੈ ਲਿਖਣਾ ਹੁੰਦਾ ਹੈ। ਹੁਣ ਗੱਲ ਹੋ ਰਹੀ ਹੈ ਅੰਤਰਰਾਸ਼ਟਰੀ ਲੇਖਣ ਪ੍ਰਣਾਲੀ। ਜਿਹੜਾ ਕੁਐਸਚਨ ਨੰਬਰ 7 ਸੀ ਉਸ 'ਚ ਅਸੀਂ ਇੰਡੀਅਨ ਸਿਸਟਮ ਜੋ ਹੈ ਸਮਝਿਆ ਸੀ। ਹੁਣ ਅਸੀਂ ਇੰਟਰਨੈਸ਼ਨਲ ਸਿਸਟਮ ਜੋ ਹੈ ਸਮਝਣਾ ਹੈ ਵੀ ਨੰਬਰਸ ਨੂੰ ਜਾਂ ਸੰਖਿਆਵਾਂ ਨੂੰ ਰੀਡ ਕਰਨ ਦਾ ਜਾਂ ਲਿਖਣ ਦਾ ਇੰਟਰਨੈਸ਼ਨਲ ਸਿਸਟਮ ਕੀ ਹੁੰਦਾ ਹੈ। ਇੱਕ ਐਗਜ਼ਾਮਪਲ ਦੇ ਰਾਹੀਂ ਸਮਝਾਂਗੇ ਇਸ ਨੂੰ। ਹਾਂਜੀ, ਪਿਛਲੇ ਭਾਗ ਵਿੱਚ ਅਸੀਂ ਭਾਰਤੀ ਸੰਖਿਆ ਪ੍ਰਣਾਲੀ ਬਾਰੇ ਪੜ੍ਹਿਆ ਸੀ। ਹੁਣ ਅਸੀਂ ਸੰਖਿਆ ਲੇਖਣ ਦੀ ਅੰਤਰਰਾਸ਼ਟਰੀ ਪ੍ਰਣਾਲੀ ਬਾਰੇ ਪੜ੍ਹਾਂਗੇ ਜੋ ਕਿ ਵਿਸ਼ਵ ਦੇ ਜ਼ਿਆਦਾਤਰ ਮੁਲਕਾਂ ਵਿੱਚ ਵਰਤੀ ਜਾਂਦੀ ਹੈ। ਦੇਖੋ, ਜਿਹੜੀ ਭਾਰਤ ਵਾਲੀ ਹੋ ਗਈ ਉਹ ਤਾਂ ਸਿਰਫ ਇੰਡੀਆ ਯਾਨੀ ਕਿ ਭਾਰਤ ਦੇ ਵਿੱਚ ਹੀ ਵਰਤੀ ਜਾਂਦੀ ਹੈ। ਜਿਹੜੀ ਇੰਟਰਨੈਸ਼ਨਲ ਹੈ ਉਹ ਕਈ ਸਾਰੇ ਦੇਸ਼ਾਂ ਦੇ ਵਿੱਚ ਜੋ ਹੈ ਮੇਨਲੀ ਜੋ ਹੈ ਇਹੀ ਜੋ ਪ੍ਰਣਾਲੀ ਹੈ ਯਾਨੀ ਕਿ ਇਹ ਜੋ ਸਿਸਟਮ ਹੈ ਇੰਟਰਨੈਸ਼ਨਲ ਸਿਸਟਮ ਆਫ ਨਿਊਮਰੇਸ਼ਨ, ਇਸ ਦਾ ਯੂਜ਼ ਹੁੰਦਾ ਹੈ। ਇਸ ਪ੍ਰਣਾਲੀ ਵਿੱਚ ਵੀ ਕਿਸੇ ਸੰਖਿਆ ਨੂੰ ਸਮੂਹਾਂ ਵਿੱਚ ਵੰਡ ਕੇ ਪੜ੍ਹਿਆ ਜਾਂਦਾ ਹੈ। ਸੱਜੇ ਪਾਸੇ ਤੋਂ ਸ਼ੁਰੂ ਕਰਦੇ ਹੋਏ ਇਸ ਨੂੰ ਜ਼ਰਾ ਧਿਆਨ ਨਾਲ ਨੋਟਿਸ ਕਰਨਾ, ਇਹ ਕਾਫੀ ਇੰਪੋਰਟੈਂਟ ਜੋ ਹੈ ਲਾਈਨ ਹੈ। ਸੱਜੇ ਪਾਸੇ ਤੋਂ ਸ਼ੁਰੂ ਕਰਦੇ ਹੋਏ ਸੰਖਿਆਵਾਂ ਨੂੰ 3 ਦੇ ਸਮੂਹਾਂ ਵਿੱਚ ਵੰਡ ਲਵਾਂਗੇ। ਠੀਕ ਹੈ, ਇਸ ਦੇ ਵਿੱਚ ਜੋ ਹੈ 3 ਦੇ ਸਮੂਹਾਂ ਵਿੱਚ ਅਸੀਂ ਵੰਡਣਾ ਹੈ। ਤੇ ਜਿਹੜਾ ਭਾਰਤੀ ਪ੍ਰਣਾਲੀ ਸੀ ਉਹਦੇ ਵਿੱਚ ਕੀ ਸੀ ਕਿ ਜਿਹੜਾ ਪਹਿਲੇ ਵਾਲਾ ਇਕਾਈ ਵਾਲਾ ਸਮੂਹ ਸੀ ਸੱਜੇ ਪਾਸੇ ਤੋਂ ਸਿਰਫ ਉਹ 3 ਜੋ ਹੈ ਅੰਕਾਂ ਦਾ ਹੁੰਦਾ ਸੀ। ਬਾਕੀ ਜਿੰਨੇ ਵੀ ਹੈਗੇ ਸੀ ਚਾਹੇ ਉਹ 1000 ਵਾਲਾ ਸੀ, ਚਾਹੇ ਉਹ ਲੱਖ ਵਾਲਾ ਸੀ, ਚਾਹੇ ਉਹ ਕਰੋੜ ਵਾਲਾ ਸੀ, ਉਹ 2 ਅੰਕਾਂ ਵਾਲੇ ਹੁੰਦੇ ਸੀ। ਠੀਕ ਹੈ, ਇੱਥੇ ਇੰਟਰਨੈਸ਼ਨਲ ਸਿਸਟਮ ਦੇ ਵਿੱਚ ਕੀ ਡਿਫਰੈਂਸ ਹੈ ਵੀ ਸਾਰੇ ਦੇ ਸਾਰੇ ਜੋ ਗਰੁੱਪ ਬਣਾਵਾਂਗੇ ਅਸੀਂ ਸਮੂਹ ਬਣਾਵਾਂਗੇ ਉਹ ਸਾਰੇ ਜੋ ਹੈ 3 ਅੰਕਾਂ ਦੇ ਹੋਣਗੇ। ਹਾਂਜੀ, ਇਹਨਾਂ ਸਮੂਹਾਂ ਨੂੰ ਇਕਾਈ 1000 ਤੇ ਜਿਵੇਂ ਸਾਡੇ ਕੋਲ ਪਹਿਲਾਂ ਲੱਖ ਹੁੰਦਾ ਸੀ ਇੰਡੀਅਨ ਸਿਸਟਮ ਦੇ ਵਿੱਚ ਭਾਰਤੀ ਲਿਖਣ ਪ੍ਰਣਾਲੀ ਦੇ ਵਿੱਚ, ਤਾਂ ਇੱਥੇ ਲੱਖ ਦੀ ਜਗ੍ਹਾ ਤੇ ਸਾਡੇ ਕੋਲ ਮਿਲੀਅਨ ਹੁੰਦਾ ਹੈ। ਮਿਲੀਅਨ, ਇਸ ਵਰਡ ਨੂੰ ਜ਼ਰਾ ਨੋਟਿਸ ਕਰਨਾ, ਲੱਖ ਦੀ ਜਗ੍ਹਾ ਤੇ ਮਿਲੀਅਨ ਹੁੰਦਾ ਹੈ। ਠੀਕ ਹੈ, ਤੇ ਇੰਟਰਨੈਸ਼ਨਲ ਸਿਸਟਮ ਦੇ ਵਿੱਚ ਕਰੋੜ ਨੂੰ ਬਿਲੀਅਨ ਕਿਹਾ ਜਾਂਦਾ ਹੈ। ਇਕਾਈ ਤੇ 1000 ਤਾਂ ਸੇਮ ਨੇ। ਠੀਕ ਹੈ, ਮਿਲੀਅਨ ਤੇ ਬਿਲੀਅਨ, ਮਿਲੀਅਨ ਜੋ ਹੈ ਉਹ ਲੱਖ ਨੂੰ ਰਿਪਲੇਸ ਕਰ ਦਿੰਦਾ ਹੈ ਇੰਡੀਅਨ ਸਿਸਟਮ ਦੇ, ਤੇ ਜੋ ਬਿਲੀਅਨ ਹੈ ਉਹ ਕਰੋੜ ਨੂੰ ਰਿਪਲੇਸ ਕਰਦਾ ਹੈ ਇੰਡੀਅਨ ਸਿਸਟਮ ਦੇ। ਠੀਕ ਹੈ, ਇਹਨਾਂ ਸਮੂਹਾਂ ਨੂੰ ਹੇਠ ਅਨੁਸਾਰ ਅੱਗੇ ਉਪ ਸਮੂਹਾਂ ਵਿੱਚ ਵੰਡਿਆ ਜਾਂਦਾ ਹੈ। ਤੇ ਜਿੱਦਾਂ ਅਸੀਂ ਟੇਬਲ ਦੇਖਿਆ ਸੀ ਇੰਡੀਅਨ ਸਿਸਟਮ ਦਾ, ਇੱਦਾਂ ਹੀ ਇਹ ਜੋ ਹੈ ਇੰਟਰਨੈਸ਼ਨਲ ਸਿਸਟਮ ਦਾ ਜੋ ਹੈ ਟੇਬਲ ਹੈ। ਇਹਦੇ ਵਿੱਚ ਦੇਖ ਸਕਦੇ ਹੋ ਇਕਾਈ ਦੇ ਵਿੱਚ ਸਾਡੇ ਕੋਲ ਸੈਂਕੜਾ, ਹਾਂਜੀ ਇਕਾਈ ਦੇ ਵਿੱਚ ਇਕਾਈ, ਦਹਾਈ, ਸੈਂਕੜਾ ਹਨ। 1000 ਦੇ ਵਿੱਚ 1000, 10,000 ਤੇ ਇੱਕ ਨਵੀਂ ਚੀਜ਼ ਆ ਰਹੀ ਹੈ ਉਹ ਹੈ 100,000। ਇੰਡੀਅਨ ਸਿਸਟਮ ਦੇ ਵਿੱਚ ਸਾਡੇ ਕੋਲ 1000 ਦੇ ਵਿੱਚ ਬਸ 1000 ਤੇ 10,000 ਹੀ ਹੁੰਦੇ ਸੀ। 100,000 ਨੂੰ ਅਸੀਂ ਲੱਖ ਕਾਊਂਟ ਕਰਦੇ ਸੀ। ਪਰ ਇੱਥੇ ਕੀ ਹੈ, ਦੇਖੋ ਇੱਥੇ ਦੇਖੋ ਇਹ 3 ਦਾ ਗਰੁੱਪ ਹੋ ਗਿਆ ਨਾ, ਇਕਾਈ, ਦਹਾਈ, ਸੈਂਕੜਾ। ਇੱਦਾਂ ਹੀ 1000 ਦਾ ਵੀ ਜੋ ਹੈ ਉਹ 3 ਦਾ ਗਰੁੱਪ ਹੈ। ਇੱਕ 1000 ਦਾ ਹੋ ਗਿਆ, 10,000 ਦਾ, ਤੇ ਤੀਸਰਾ ਜੋ ਹੈ ਉਹ 100,000 ਦਾ। ਠੀਕ ਹੈ, ਇਹੀ ਡਿਫਰੈਂਸ ਹੈ ਇੱਥੇ ਇੰਡੀਅਨ ਸਿਸਟਮ ਤੇ ਇੰਟਰਨੈਸ਼ਨਲ ਸਿਸਟਮ ਦੇ ਵਿੱਚ। ਇੱਥੇ ਲੱਖ ਨੂੰ 100,000 ਕਿਹਾ ਜਾਂਦਾ ਹੈ, ਯਾਨੀ ਕਿ ਲੱਖ ਨੂੰ ਅਸੀਂ ਜੋ ਹੈ ਇੰਗਲਿਸ਼ ਦੇ ਵਿੱਚ 100,000 ਕਹਿੰਦੇ ਹਾਂ ਇੱਥੇ। ਹਾਂਜੀ, ਨੈਕਸਟ ਜੋ ਹੈ ਉਹ ਮਿਲੀਅਨ ਹੈ। ਮਿਲੀਅਨ ਦੇ ਵਿੱਚ ਵੀ ਦੇਖ ਸਕਦੇ ਹੋ ਤੁਸੀਂ ਜੋ ਹੈ 3 ਅੱਗੇ ਜੋ ਹੈ ਸਬ ਕੈਟੇਗਰੀਜ਼ ਨੇ। ਇੱਕ ਤਾਂ ਮਿਲੀਅਨ ਹੋ ਗਈ, ਮਿਲੀਅਨ ਤੋਂ ਭਾਵ ਕੀ ਹੈ 10 ਲੱਖ ਹੁੰਦਾ ਹੈ। ਮਿਲੀਅਨ ਦਾ ਮਤਲਬ ਕੀ ਹੁੰਦਾ ਹੈ 10 ਲੱਖ। ਹਾਂਜੀ, ਫਿਰ ਅੱਗੇ 10 ਮਿਲੀਅਨ ਹੋ ਗਿਆ। 10 ਮਿਲੀਅਨ ਤੋਂ ਭਾਵ ਕੀ ਹੈ 1 ਕਰੋੜ। ਠੀਕ ਹੈ, ਹਾਂਜੀ ਫਿਰ ਹੋ ਗਿਆ 100 ਮਿਲੀਅਨ। 100 ਮਿਲੀਅਨ ਦਾ ਮਤਲਬ ਕੀ ਹੁੰਦਾ ਹੈ 100 ਮਿਲੀਅਨ ਦਾ ਮਤਲਬ ਹੁੰਦਾ ਹੈ 10 ਕਰੋੜ। ਇਸ ਤੋਂ ਬਾਅਦ ਬਿਲੀਅਨ ਹੈ ਜੀ। ਹਾਂਜੀ, ਬਿਲੀਅਨ, 10 ਬਿਲੀਅਨ ਤੇ 100 ਬਿਲੀਅਨ। ਮੈਂ ਪਹਿਲਾਂ ਇਹ ਕਿਹਾ ਸੀ ਵੀ ਜੋ ਬਿਲੀਅਨ ਹੈ ਉਹ ਕਰੋੜ ਨੂੰ ਰਿਪਲੇਸ ਕਰਦਾ ਹੈ, ਤਾਂ ਇੱਥੇ ਥੋੜ੍ਹੀ ਜਿਹੀ ਜੋ ਹੈ ਕਰੈਕਸ਼ਨ ਹੋਏਗੀ ਕਿ ਜੋ ਬਿਲੀਅਨ ਹੈ
ਦੇਖੋ ਇਹਨਾਂ ਨੇ ਨੀਚੇ ਜੋ ਹੈ ਸਾਨੂੰ ਟੇਬਲ ਬਣਾ ਕੇ ਦਿੱਤਾ ਹੋਇਆ ਹੈ, ਇਸ 'ਚ ਅਸੀਂ ਦੇਖ ਸਕਦੇ ਹਾਂ। ਹਾਂਜੀ, ਇਹਦੇ ਵਿੱਚ ਸਭ ਤੋਂ ਥੱਲੇ ਵਾਲਾ ਜੋ ਹੈ, ਅਗਰ ਅਸੀਂ ਦੇਖਦੇ ਹਾਂ, ਹਾਂਜੀ ਇਹ ਵਾਲਾ ਜੋ ਬਿਲੀਅਨ ਹੈ ਉਹ ਅਰਬ ਨੂੰ ਰਿਪਰੈਜ਼ੈਂਟ ਕਰਦਾ ਹੈ। ਅਰਬ ਕੀ ਹੁੰਦਾ ਹੈ? 100 ਕਰੋੜ। ਤਾਂ ਜੋ ਮੈਂ ਕਿਹਾ ਸੀ ਵੀ ਬਿਲੀਅਨ ਜੋ ਹੈ ਕਰੋੜ ਨੂੰ ਰਿਪਰੈਜ਼ੈਂਟ ਕਰਦਾ ਹੈ ਜਾਂ ਰਿਪਲੇਸ ਕਰਦਾ ਹੈ ਇੰਡੀਅਨ ਸਿਸਟਮ ਦੇ। ਤਾਂ ਜੋ ਬਿਲੀਅਨ ਹੈ ਉਹ 1 ਕਰੋੜ ਨੂੰ ਨਹੀਂ, ਉਹ 100 ਕਰੋੜ ਨੂੰ ਜੋ ਹੈ, ਕਿਉਂਕਿ 1 ਅਰਬ ਦੇ ਵਿੱਚ 100 ਕਰੋੜ ਹੁੰਦੇ ਨੇ, ਠੀਕ ਹੈ। ਤਾਂ 1 ਬਿਲੀਅਨ ਤੋਂ ਭਾਵ ਕੀ ਹੈ? 100 ਕਰੋੜ ਜਾਂ 1 ਅਰਬ। ਇਹ ਤੁਸੀਂ ਦੇਖ ਸਕਦੇ ਹੋ, 100 ਕਰੋੜ ਨੂੰ ਅਸੀਂ ਇੱਦਾਂ ਲਿਖਦੇ ਹੁੰਦੇ ਹਾਂ, ਠੀਕ ਹੈ। ਇਕਾਈ 1 2 3 4 5 6 7 8 9, 1 ਦੇ ਨਾਲ 9 ਜੋ ਹੈ ਸਿਫਰ ਨੇ, ਜ਼ੀਰੋਜ਼ ਨੇ। 1 ਬਿਲੀਅਨ ਤੋਂ ਭਾਵ ਹੈ 1 ਅਰਬ ਜਾਂ 100 ਕਰੋੜ। 100 ਕਰੋੜ। ਹਾਂਜੀ, ਇੱਥੇ ਤੁਸੀਂ ਦੇਖ ਸਕਦੇ ਹੋ ਵੀ ਇਕਾਈ ਦੇ ਵਿੱਚ ਵੀ ਜੋ ਹੈ ਇਹ ਇਕਾਈ, ਦਹਾਈ, ਸੈਂਕੜਾ, 3 ਜੋ ਹੈ 3 ਦਾ ਜੋ ਹੈ ਇਹਨਾਂ ਨੇ ਗਰੁੱਪ ਬਣਾ ਰੱਖਿਆ ਹੈ। ਇੱਦਾਂ ਹੀ ਹਜ਼ਾਰ ਵਿੱਚ 1000, 10,000, 100,000 ਦਾ, ਠੀਕ ਹੈ। ਮਿਲੀਅਨ ਦੇ ਵਿੱਚ ਮਿਲੀਅਨ, 10 ਮਿਲੀਅਨ, 100 ਮਿਲੀਅਨ ਦਾ। ਬਿਲੀਅਨ ਦੇ ਵਿੱਚ ਬਿਲੀਅਨ, 10 ਬਿਲੀਅਨ ਤੇ 100 ਬਿਲੀਅਨ ਦਾ। ਤਾਂ ਜੋ ਉਹਨਾਂ ਨੇ ਕਿਹਾ ਸੀ ਵੀ 3 3 ਤੇ 3 ਤੇ 3, ਠੀਕ ਹੈ। ਇੰਟਰਨੈਸ਼ਨਲ ਜੋ ਸਿਸਟਮ ਹੈ ਨਾ, ਇਸ ਦੇ ਵਿੱਚ ਜੋ ਹੈ 3 ਦਾ ਸਮੂਹ ਬਣਦਾ ਹੈ। ਸਮੂਹ ਨੂੰ ਜੋ ਹੈ ਇੰਗਲਿਸ਼ ਦੇ ਵਿੱਚ ਗਰੁੱਪ ਕਹਿ ਦਿੰਦੇ ਹਾਂ ਅਸੀਂ। ਚਲੋ ਇਸ ਦਾ ਇੱਕ ਐਗਜ਼ਾਮਪਲ ਲੈ ਕੇ ਸਮਝਾ ਦੇਣਾ, ਫਿਰ ਅਸੀਂ ਕੁਐਸਚਨ ਨੰਬਰ 8 ਨੂੰ ਅਟੈਂਪਟ ਕਰਾਂਗੇ। ਹਾਂਜੀ, ਸਾਡੇ ਕੋਲ ਇਹ ਜੋ ਹੈ ਇੱਕ ਸੰਖਿਆ ਦਿੱਤੀ ਹੋਈ ਹੈ, ਇਹ ਵਾਲੀ। ਇਸ ਨੂੰ ਹੁਣ ਅਸੀਂ ਅੰਤਰਰਾਸ਼ਟਰੀ ਸੰਖਿਆ ਲਿਖਣ ਪ੍ਰਣਾਲੀ ਅਨੁਸਾਰ ਲਿਖਣਾ ਹੈ। ਦੇਖੋ, ਭਾਰਤੀ ਸੰਖਿਆ ਲਿਖਣ ਪ੍ਰਣਾਲੀ ਅਨੁਸਾਰ ਤਾਂ ਪਹਿਲਾਂ ਇਹ 3 ਦਾ ਗਰੁੱਪ ਹੋ ਗਿਆ, ਫਿਰ 2 ਦਾ, ਫਿਰ 2 ਦਾ ਤੇ ਫਿਰ 1, ਕਿਉਂਕਿ 7 ਜੋ ਹੈ ਇਕੱਲਾ ਰਹਿ ਗਿਆ ਸੀ, ਤਾਂ ਫਿਰ ਉਹ ਸਿੰਗਲ ਇੱਕੋ ਹੀ ਰਹਿ ਗਿਆ, ਠੀਕ ਹੈ। 7,95,30,257। ਹੁਣ ਅੰਤਰਰਾਸ਼ਟਰੀ ਸਿਸਟਮ ਦੇ ਵਿੱਚ ਕੀ ਹੈ ਕਿ ਅਸੀਂ ਜਿਵੇਂ ਪਹਿਲਾ ਸੱਜੇ ਪਾਸੇ ਤੋਂ, ਯਾਨੀ ਕਿ ਇਸ ਪਾਸੇ ਤੋਂ ਅਗਰ ਚੱਲਾਂਗੇ ਤਾਂ ਇਹ ਜੋ ਹੈ ਇਕਾਈ, ਦਹਾਈ, ਸੈਂਕੜਾ, ਇਹ 3 ਅੰਕਾਂ ਦਾ ਜੋ ਹੈ ਸਮੂਹ ਬਣ ਗਿਆ ਇਕਾਈ ਦਾ, ਠੀਕ ਹੈ। ਇਸ ਤੋਂ ਬਾਅਦ ਜੋ ਹੈ ਇਹ ਦੇਖੋ 530। ਪਹਿਲਾਂ ਕੀ ਸੀ ਇੰਡੀਅਨ ਸਿਸਟਮ ਦੇ ਵਿੱਚ, ਭਾਰਤੀ ਲੇਖਨ ਪ੍ਰਣਾਲੀ ਦੇ ਵਿੱਚ ਕੀ ਸੀ ਵੀ ਅਸੀਂ 2 ਅੰਕਾਂ ਦਾ ਸਮੂਹ ਬਣਾਉਂਦੇ ਸੀ। ਹੁਣ ਕੀ ਹੈ, ਅਸੀਂ 3 ਅੰਕਾਂ ਦਾ ਸਮੂਹ ਬਣਾਉਣਾ ਹੈ। ਹੁਣ 530 ਨੂੰ ਅਸੀਂ ਜੋ ਹੈ ਇਕੱਠੇ ਰੱਖ ਕੇ ਫਿਰ ਅਸੀਂ ਕੋਮਾ ਲਗਾਇਆ ਹੈ 9 ਤੋਂ ਪਹਿਲਾਂ, ਠੀਕ ਹੈ। 530 ਤੇ ਜਿਹੜਾ 530 ਹੈ ਉਹ ਕਿਸ ਦੇ ਵਿੱਚ ਕਾਊਂਟ ਕੀਤਾ ਜਾਏਗਾ? ਉਹ 1000 ਦੇ ਵਿੱਚ ਜੋ ਹੈ ਕਾਊਂਟ ਕੀਤਾ ਜਾਏਗਾ। ਇਸ ਤੋਂ ਬਾਅਦ ਜਿਹੜਾ 9 ਤੇ 7 ਨੇ, ਦੇਖੋ ਇਹ 2 ਹੀ ਰਹਿ ਗਏ ਨੇ। ਅਗਰ ਤੀਸਰਾ ਵੀ ਹੁੰਦਾ ਤਾਂ ਉਸ ਨੂੰ ਵੀ ਅਸੀਂ ਜੋ ਹੈ ਮਤਲਬ 3 ਅੰਕਾਂ ਦਾ ਸਮੂਹ ਬਣਾਉਂਦੇ ਹਾਂ, ਪਰ ਇੱਥੇ ਕਿਉਂਕਿ 2 ਹੀ ਰਹਿ ਗਏ ਨੇ, 9 ਤੇ 7, ਤੇ ਇਹਨਾਂ ਦਾ ਜੋ ਹੈ ਆਪਾਂ ਇੱਕ ਅਲੱਗ ਜੋ ਹੈ ਗਰੁੱਪ ਬਣਾ ਦਾਂਗੇ 9 7 ਦਾ। ਹੁਣ 9 ਤੇ 7 ਇਹ ਕਿਸ ਦੇ ਵਿੱਚ ਆ ਰਹੀ ਹੈ? 1000 ਤੋਂ ਬਾਅਦ ਇੰਟਰਨੈਸ਼ਨਲ ਸਿਸਟਮ ਦੇ ਵਿੱਚ, ਅੰਤਰਰਾਸ਼ਟਰੀ ਸਿਸਟਮ ਦੇ ਵਿੱਚ ਮਿਲੀਅਨ ਕਾਊਂਟ ਹੁੰਦਾ ਹੈ, ਠੀਕ ਹੈ। ਜਿਵੇਂ ਭਾਰਤੀ ਲੇਖਨ ਪ੍ਰਣਾਲੀ ਦੇ ਵਿੱਚ ਅਸੀਂ ਇਕਾਈ, 1000 ਤੇ ਲੱਖ ਕਾਊਂਟ ਕਰਦੇ ਹਾਂ ਨਾ, ਇੱਦਾਂ ਹੀ ਜੋ ਅੰਤਰਰਾਸ਼ਟਰੀ ਸਿਸਟਮ ਹੈ ਇਹਦੇ ਵਿੱਚ ਇਕਾਈ 1000 ਤੋਂ ਬਾਅਦ ਜੋ ਹੈ ਉਹ ਮਿਲੀਅਨ ਆਉਂਦਾ ਹੈ, ਮਿਲੀਅਨ ਤੋਂ ਬਾਅਦ ਬਿਲੀਅਨ ਆਉਂਦਾ ਹੈ। ਤਾਂ 79 ਜੋ ਹੈ, ਇਹ 79 ਜੋ ਹੈ ਮਿਲੀਅਨ ਦੇ ਥੱਲੇ ਆ ਗਿਆ, ਠੀਕ ਹੈ। 9 ਜੋ ਹੈ ਉਹ ਮਿਲੀਅਨ ਦੇ ਥੱਲੇ ਆ ਗਿਆ, ਤੇ 7 ਜੋ ਹੈ ਉਹ 10 ਮਿਲੀਅਨ ਦੇ ਥੱਲੇ ਆ ਗਿਆ। ਹਾਂਜੀ, 79 ਮਿਲੀਅਨ 530,000, ਠੀਕ ਹੈ। 530,257। ਆਈ ਹੋਪ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਣਾ ਹੈ। ਹਾਂਜੀ, ਫਸਟ ਸਾਡੇ ਕੋਲ ਹੈਗਾ ਹੈ 081। ਹਾਂਜੀ,
ਇਸ ਤੋਂ ਬਾਅਦ ਦੇਖੋ ਸੱਜੇ ਪਾਸੇ ਤੋਂ ਅਸੀਂ ਚੱਲਣਾ ਸੀ ਤਾਂ 180 ਇਹਦਾ ਅਸੀਂ ਇੱਕ ਗਰੁੱਪ ਬਣਾ ਦਿੱਤਾ ਹੈ, ਠੀਕ ਹੈ। ਇਹ ਇਕਾਈ ਦਾ ਜੋ ਹੈ ਸਮੂਹ ਹੋ ਗਿਆ, ਗਰੁੱਪ ਹੋ ਗਿਆ। ਇਸ ਤੋਂ ਬਾਅਦ ਕੋਮਾ, ਠੀਕ ਹੈ। ਹਾਂਜੀ, ਫਿਰ 2 3 ਤੇ 8, ਹਾਂਜੀ, ਇਸ ਦਾ ਇੱਕ ਗਰੁੱਪ ਹੋ ਗਿਆ। ਫਿਰ ਕੋਮਾ, ਫਿਰ 9 ਤੇ 8, ਹਾਂਜੀ। 081 ਇਹ ਇਕਾਈ ਦਾ ਇੱਕ ਜੋ ਹੈ ਗਰੁੱਪ ਹੋ ਗਿਆ, ਸਮੂਹ ਹੋ ਗਿਆ। 832 ਇਹ ਜੋ ਹੈ ਹਜ਼ਾਰ ਦਾ ਜੋ ਹੈ ਇੱਕ ਗਰੁੱਪ ਹੋ ਗਿਆ। ਤੇ 8 ਤੇ 9 ਇਹ ਜੋ ਹੈ ਮਿਲੀਅਨ ਦੇ ਵਿੱਚ ਆ ਜਾਣਗੇ, ਠੀਕ ਹੈ। ਕਿਉਂਕਿ 8 ਤੇ 9 ਸਿਰਫ ਦੋ ਹੀ ਅੰਕ ਸੀ, ਜੇ ਤੀਜਾ ਹੁੰਦਾ ਤਾਂ ਤੀਜਾ ਵੀ ਅਸੀਂ ਕਾਊਂਟ ਕਰਦੇ। ਹਾਂਜੀ, ਇਹ ਹੋਏਗਾ 99,832,081। ਇਸ ਨੂੰ ਸ਼ਬਦਾਂ ਦੇ ਵਿੱਚ ਕਿੱਦਾਂ ਲਿਖਣਾ ਹੈ ਉਹ ਮੈਂ ਤੁਹਾਨੂੰ ਹੁਣੇ ਸਮਝਾ ਦਾਂਗਾ। ਹੁਣੇ ਲਿਖ ਕੇ ਦਿਖਾਣਾ ਹਾਂ। ਪਹਿਲਾਂ ਅਸੀਂ ਇਹ ਜੋ ਅਲਪ ਵਿਰਾਮ ਹੈ ਜਾਂ ਕੋਮਾਜ਼ ਹੈ ਉਹ ਲਗਾਣੇ ਸਿੱਖ ਲਈਏ। ਹਾਂਜੀ, 4 7 3, ਫਿਰ ਅਸੀਂ ਕੋਮਾ ਲਗਾਵਾਂਗੇ, ਫਿਰ 3, ਫਿਰ 4, ਫਿਰ 5, ਹਾਂਜੀ, ਫਿਰ ਕੋਮਾ ਲਗਾਵਾਂਗੇ ਤੇ 6। ਇਹ ਬਣਿਆ 6,543,374, ਠੀਕ ਹੈ। 6,543,374। ਇੰਗਲਿਸ਼ ਦੇ ਵਿੱਚ ਕਹਾਂ ਤਾਂ 6,543,374। 603 ਇਹ ਜੋ ਹੈ ਇਕਾਈ ਦਾ ਇੱਕ ਗਰੁੱਪ ਬਣ ਗਿਆ, ਠੀਕ ਹੈ। ਫਿਰ 6 7 9 ਇਹ ਜੋ ਹੈ ਹਜ਼ਾਰ ਦਾ ਅਗਲਾ ਗਰੁੱਪ ਬਣ ਗਿਆ। ਫਿਰ 8 ਤੇ 8, ਹਾਂਜੀ, ਇਹ ਹੋ ਗਿਆ ਜੀ 88,976,306। 88,976,306 ਇੰਗਲਿਸ਼ ਦੇ ਵਿੱਚ ਹੋਏਗਾ ਜੀ 88,976,306। ਹਾਂਜੀ, 5 4 0 ਇਹ ਜੋ ਹੈ ਇੱਕ ਗਰੁੱਪ ਬਣ ਗਿਆ। 2 3 0 ਅਗਲਾ ਗਰੁੱਪ 0 ਤੇ 9, ਹਾਂਜੀ। 90,32,045, 90,32,045। मेरे ख्याल तो डी पार्ट रह गया है, हाँ जी, ये रह गया है। वन 0 0 कोमा 0 6 8 9 9,860,001 9,860,001 712, 305, 4 4,503,217 4,503,217। ਹੁਣ ਇਸ ਨੂੰ
ਮਤਲਬ ਜਿਹੜੇ ਅਸੀਂ ਕੀਤੇ ਹੈ ਏ ਤੋਂ ਲੈ ਕੇ ਐਫ ਪਾਰਟ ਤੱਕ, ਇਹਨਾਂ ਨੂੰ ਪੰਜਾਬੀ ਦੇ ਵਿੱਚ ਕਿੱਦਾਂ ਲਿਖਣਾ ਹੈ ਉਹ ਮੈਂ ਤੁਹਾਨੂੰ ਦਿਖਾ ਦਿੰਦਾ ਹਾਂ। ए पार्ट 99,832,081, बी पार्ट 6,543,374, सी पार्ट 88,976,306, 9 मिलियन डी पार्ट 9,860,001, ई पार्ट 90,35,045, एफ पार्ट, एक मिनट जरा, ई पार्ट ਦੇ ਵਿੱਚ ਇਹਨਾਂ ਨੇ 35,000 ਲਿਖ ਰੱਖਿਆ ਹੈ, ਜਦਕਿ ਇਹ ਤਾਂ 32,000 ਹੈ। 88,976,306, ਬਾਕੀਆਂ 'ਚ ਵੀ ਕੋਈ ਮਿਸਟੇਕ ਤਾਂ ਨਹੀਂ ਹੈ, ਇੱਕ ਵਾਰੀ ਚੈੱਕ ਕਰ ਲਾਂ। 99,832,081, 6,543,374, 88,976,306, 9,860,001। ਜਿਹੜਾ ਇਹ ਈ ਪਾर्ट है ਇੱਥੇ ਇਹ 35,000 ਲਿਖ ਰਹੇ हैं, जबकि ये 32,000 है। 90 मिलियन 32,045 है, ठीक है। 90,32,045 है। इत्थे बाय मिस्टेक इन्होंने 35,000 जो है लिख रखा है। एफ पार्ट 4,503,217, 4,503,217। क्वेश्चन नंबर 9 है, ਹੇਠ ਲਿਖੀਆਂ ਸੰਖਿਆਵਾਂ ਨੂੰ ਅੰਕਾਂ ਦੇ ਰੂਪ ਵਿੱਚ ਲਿਖੋ। ਇਹ ਪਾਰਟ ਹੈ 7,54,000। ਦੇਖੋ ਇੱਕ ਗੱਲ ਇੱਥੇ ਦੱਸਦਾ ਵੀ ਜਿਹੜਾ ਮਿਲੀਅਨ ਤੇ ਅਗਰ ਬਿਲੀਅਨ ਅਗਰ ਸ਼ਬਦ ਆਂਦਾ ਹੈ, ਇਟ ਮੀਨਸ ਕਿ ਅਸੀਂ ਇੰਟਰਨੈਸ਼ਨਲ ਸਿਸਟਮ ਦੇ ਅਕੋਰਡਿੰਗ 3-3 ਦੇ ਜੋ ਹੈ ਸਮੂਹ ਯਾਨੀ ਕਿ ग्रुप बनाने हैं। अदरवाइज ਅਸੀਂ जो है अपना जो भारतीय लेखन प्रणाली ਦੇ अकॉर्डिंग 3-2-2 ਦਾ जो है ग्रुप बनाना है, समूह बनाना है, ठीक है। हाँ जी, ए पार्ट है 7,54,000, 7,54,000। देखो ਲੱਖ ਦੀ ਗੱਲ ਹੋ ਰਹੀ ਹੈ, ਦੇਖੋ ਵਰਡ ਆਇਆ ਹੈ ਨਾ ਲੱਖ। ਹੁਣ ਜਿਹੜਾ ਇੰਟਰਨੈਸ਼ਨਲ ਸਿਸਟਮ ਹੈ ਉਹਦੇ ਵਿੱਚ ਤਾਂ ਲੱਖ ਹੁੰਦਾ ਹੀ ਨਹੀਂ ਹੈ, ਉਹ ਤਾਂ ਮਿਲੀਅਨ ਵਰਡ ਯੂਜ਼ ਕਰਦੇ ਹੈ, ਠੀਕ ਹੈ। ਤਾਂ ਇਟ ਮੀਨਸ ਕਿ ਇਹ ਸਾਡਾ ਇੰਡੀਅਨ ਸਿਸਟਮ ਭਾਰਤੀ ਲੇਖਨ ਪ੍ਰਣਾਲੀ ਦੇ ਅਨੁਸਾਰ ਅਸੀਂ ਇਸ ਨੂੰ ਲਿਖਣਾ ਹੈ। ਹਾਂਜੀ, 7,54,000 ਕਹਿ ਰਹੇ ਹੈ ਸਾਨੂੰ ਇਹ। ਜ਼ੀਰੋ ਜ਼ੀਰੋ ਜ਼ੀਰੋ। ਸਭ ਤੋਂ ਪਹਿਲਾਂ ਭਾਰਤੀ ਲੇਖਨ ਪ੍ਰਣਾਲੀ ਦੇ ਵਿੱਚ ਅਸੀਂ 3 ਅੰਕਾਂ ਦਾ ਸਮੂਹ ਬਣਾ ਕੇ ਕੋਮਾ ਲਗਾਉਣਾ ਹੁੰਦਾ ਹੈ, ਠੀਕ ਹੈ। 000 ਹੋ ਗਿਆ। ਇਸ ਤੋਂ ਬਾਅਦ ਇਹਨਾਂ ਨੇ 54,000 ਕਿਹਾ ਹੈ, ਤਾਂ 1000 ਦੇ ਜੋ ਹੈ 2 ਅੰਕ ਲਿਖੇ ਜਾਣਗੇ, 4 ਤੇ 5, ਕਿਉਂਕਿ 54 ਇਹਨਾਂ ਨੇ ਕਿਹਾ ਹੈ, ਠੀਕ ਹੈ। ਹਾਂਜੀ, ਫਿਰ ਇਸ ਤੋਂ ਬਾਅਦ ਇਹਨਾਂ ਨੇ 7 ਲੱਖ ਕਿਹਾ ਸੀ, ਤੇ 54 ਤੋਂ ਬਾਅਦ ਕੋਮਾ ਆਏਗਾ, ਕਿਉਂਕਿ ਅਸੀਂ 2 ਅੰਕਾਂ ਦਾ ਸਮੂਹ ਬਣਾ ਕੇ ਜੋ ਹੈ ਭਾਰਤੀ ਲੇਖਨ ਪ੍ਰਣਾਲੀ ਦੇ ਵਿੱਚ ਅਸੀਂ ਅਲਪ ਵਿਰਾਮ ਯਾਨੀ ਕਿ ਕੋਮਾ ਜੋ ਹੈ ਯੂਜ਼ ਕਰਦੇ ਹਾਂ। ਫਿਰ ਅਸੀਂ ਲਗਾਵਾਂਗੇ ਲੱਖ ਦੇ ਥੱਲੇ 7 ਯਾਨੀ ਕਿ 7। ਹਾਂਜੀ, ਤਾਂ ਇੱਦਾਂ ਜੋ ਹੈ ਇਹ 7,54,000 ਲਿਖਿਆ ਜਾਏਗਾ। 7,54,3 ਸਿਫਰਾਂ ਯਾਨੀ ਕਿ ਜ਼ੀਰੋਸ। ਨੈਕਸਟ ਹੈ 9,53,74,523। ਫਿਰ ਤੋਂ ਦੇਖੋ ਲੱਖ ਦਾ ਜ਼ਿਕਰ ਹੋ ਰਿਹਾ ਹੈ, ਇਟ ਮੀਨਸ ਕਿ ਅਸੀਂ ਭਾਰਤੀ ਲੇਖਨ ਪ੍ਰਣਾਲੀ ਦੇ ਅਨੁਸਾਰ ਲਿਖਣਾ ਹੈ। ਹਾਂਜੀ, 9,53,74,523। ਸਭ ਤੋਂ ਪਹਿਲਾਂ ਅਸੀਂ 523 ਲਿਖ ਲੈਂਦੇ ਹਾਂ। ਇਹ ਹੋ ਗਿਆ 523, ਠੀਕ ਹੈ। 3 ਅੰਕਾਂ ਦਾ ਸਮੂਹ ਬਣਾ ਦਿੱਤਾ ਹੈ, ਫਿਰ ਕੋਮਾ ਯੂਜ਼ ਕਰਾਂਗੇ। ਹਾਂਜੀ, ਫਿਰ ਕੀ ਕਹਿ ਰਹੇ हैं 74,000। 74,000 ਵਾਸਤੇ ਅਸੀਂ 7 ਤੇ 4 ਲਿਖਾਂਗੇ 1000 ਦੇ ਥੱਲੇ, ਠੀਕ ਹੈ। 1000 ਦਾ 2 ਅੰਕਾਂ ਦਾ ਗਰੁੱਪ ਬਣ ਗਿਆ ਹੈ। ਇਸ ਤੋਂ ਬਾਅਦ ਕੀ ਹੈ
53 ਲੱਖ 53 ਲੱਖ ਵਾਸਤੇ ਅਸੀਂ ਜੋ ਹੈ 3 ਤੇ 5 ਲਿਖਾਂਗੇ 3 ਤੇ 5 ਠੀਕ ਹੈ। ਹਾਂਜੀ ਫਿਰ ਅਸੀਂ ਕੋਮਾ ਲਗਾਵਾਂਗੇ। ਫਿਰ ਕੀ ਕਹਿ ਰਹੇ हैं 9 ਕਰੋੜ 9 ਕਰੋੜ ਵਾਸਤੇ ਅਸੀਂ 9 यानी कि 9 ये जो है ਇਹ 25 ਦੇ ਉੱਪਰ ਮੈਂ ਜੋ ਹੈ 9 ਲਿਖਿਆ ਹੈ, ਥੋੜਾ ਜਿਹਾ ਓਵਰਲੈਪਿੰਗ ਕਰਕੇ ਜੋ ਹੈ ਇੱਕ ਦੂਸਰੇ ਦੇ ਉੱਪਰ ਜੋ ਹੈ 25 ਤੇ 9 ਆ ਰਹੇ ਨੇ, ਤੇ ਜੋ 9 ਹੈ 9 ਹੈ ਉਹ ਸਾਫ਼ ਨਜ਼ਰ ਨਹੀਂ ਆ ਰਿਹਾ ਹੈ। ਮੈਂ ਬੋਲ ਕੇ ਦੱਸ ਦਿੰਦਾ ਹਾਂ 9,53,74,523 ਠੀਕ ਹੈ। 9 ਕਰੋੜ 53 ਲੱਖ 74,523 ਇਹ ਇਸ ਤਰ੍ਹਾਂ ਲਿਖਿਆ ਜਾਏਗਾ। 523 ਦਾ ਸੱਜੇ ਪਾਸੇ ਤੋਂ 3 ਅੰਕਾਂ ਦਾ ਸਮੂਹ ਬਣ ਗਿਆ। ਫਿਰ ਅਸੀਂ ਕੋਮਾ ਯਾਨੀ ਕਿ ਅਲਪ ਵਿਰਾਮ ਲਗਾਇਆ। ਫਿਰ 47 ਤੋਂ ਬਾਅਦ ਯਾਨੀ ਕਿ 74,000 ਤੋਂ ਬਾਅਦ ਕੋਮਾ ਲਗਾਇਆ। ਫਿਰ 53 ਲੱਖ ਤੋਂ ਬਾਅਦ ਜੋ ਹੈ ਅਸੀਂ ਕੋਮਾ ਲਗਾ ਕੇ 9 ਲਿਖਿਆ ਠੀਕ ਹੈ। हाँ जी नेक्स्ट 647,525 ਇੱਥੇ ਇੱਕ ਗੱਲ ਨੋਟਿਸ ਕਰਨ ਵਾਲੀ ਹੈ। 647,000 ਜਿਹੜਾ ਭਾਰਤੀ ਲੇਖਨ ਪ੍ਰਣਾਲੀ ਹੁੰਦਾ ਹੈ ਉਸ 'ਚ ਅਸੀਂ ਹਜ਼ਾਰ ਵਾਲਾ ਜਿਹੜਾ ਮਤਲਬ ਲਿਖਦੇ ਹਾਂ, ਜਿਹੜੀ ਟਰਮ ਲਿਖਦੇ ਹਾਂ ਉਹ ਸਿਰਫ 2 ਹੀ ਅੰਕਾਂ ਵਾਲੀ ਹੁੰਦੀ ਹੈ ਠੀਕ ਹੈ। ਇੱਥੇ ਕਹਿ ਰਹੇ हैं 647,000 ਇਹ ਦੇਖੋ ਨਾ 647 यानी कि 647 ਹੋ ਗਿਆ। ਜਿਹੜੀ ਭਾਰਤੀ ਲੇਖਨ ਪ੍ਰਣਾਲੀ ਹੈ ਉਸ ਦੇ ਵਿੱਚ ਹਜ਼ਾਰ ਵਾਲੀ ਜਿਹੜੀ ਸੰਖਿਆ ਲਿਖੀ ਜਾਂਦੀ ਹੈ ਉਹ ਸਿਰਫ 2 ਅੱਖਰਾਂ ਵਾਲੀ ਹੁੰਦੀ ਹੈ, 1000 ਤੇ 10,000 ਵਾਲੀ। ਇਟ ਮੀਨਸ ਦੇਖੋ ਇੱਥੇ ਮਿਲੀਅਨ ਬਿਲੀਅਨ ਜੋ ਹੈ ਯੂਜ਼ ਨਹੀਂ ਹੋਇਆ, ਪਰ ਇਹ ਇੰਟਰਨੈਸ਼ਨਲ ਸਿਸਟਮ ਹੈ ਠੀਕ ਹੈ। ਇੱਥੇ ਲੱਖ ਵੀ ਜੋ ਹੈ ਯੂਜ਼ ਨਹੀਂ ਹੋਇਆ ਹੈ। ਲੱਖ ਤੋਂ ਤਾਂ ਸਾਨੂੰ ਅੰਦਾਜ਼ਾ ਮਿਲ ਜਾਂਦਾ ਵੀ ਉਹ ਜੋ है भारतीय लेखन प्रणाली है ठीक है। इतने इन्होंने 647,000 क्या है, जो 100,000 है ना 100,000 ये सिर्फ इंटरनेशनल सिस्टम ਦੇ ਵਿੱਚ ਹੀ ਯੂਜ਼ ਹੁੰਦਾ ਹੈ ਠੀਕ ਹੈ। ਤਾਂ ਇਸ ਨੂੰ ਅਸੀਂ ਇੰਟਰਨੈਸ਼ਨਲ ਸਿਸਟਮ ਦੇ ਅਕੋਰਡਿੰਗ ਲਿਖਣਾ ਹੈ, ਯਾਨੀ ਕਿ 3-3 ਦਾ ਗਰੁੱਪ ਬਣਾ ਕੇ ਲਿਖਣਾ ਹੈ। 525 ਯਾਨੀ ਕਿ 5 2 ਤੇ 5 ਇਹ ਹੋ ਗਿਆ 525। हाँ जी 3 अंका का जो है ग्रुप बना के ਅਸੀਂ ਕੋਮਾ ਲਗਾ ਦੇਣਾ ਹੈ ਠੀਕ ਹੈ। ਇਸ ਤੋਂ ਬਾਅਦ ਕਹਿ ਰਹੇ हैं 647,000 647 525 ठीक है। 647,525 647,525। नेक्स्ट है जी 72 मिलियन। देखो मिलियन वर्ड आ गया, इट मीन्स कि इंटरनेशनल सिस्टम की गल हो रही है। 72,332,112 इसनों मैं ये नीचे लिख देना हाँ। हाँ जी 112 का मतलब हो गया 1 1 2 हाँ जी कोमा। फिर कह रहे हैं जी 332,000 332 का मतलब की है 3 3 ਤੇ 2 हाँ जी 332,000 कह रहे हैं ठीक है। इस तो बाद की कह रहे हैं 72 मिलियन कोमा पा के 72 2 ਤੇ 7 हाँ जी 72,332,112 ठीक है। ਇਹਦਾ ਆਨਸਰ ਹੋਏਗਾ 72,332,112 72,332,112। नेक्स्ट 58,423,202 मिलियन शब्द आया है, साफ पता चल रहा है भी ये जो है इंटरनेशनल सिस्टम के अकॉर्डिंग असी इसनों करना है। हाँ जी 202 कह रहे हैं 202 202 ठीक है। फिर कोमा ओहो हाँ जी 202 असी लिख देता है। फिर की कह रहे हैं 423,000 3 2 4 423,000 हो गया। फिर की कह रहे हैं अच्छा इस तो बाद असी कोमा लगा देने हैं 58 मिलियन 58 मीनस 5 ते 8 यानी कि 5 ते 8 हाँ जी 58,423,202
58,423,202, ठीक है। 58,423,202 लास्ट है जी। लास्ट है 23,30,10। देखो ਲੱਖ ਦਾ ਮਤਲਬ ਜੋ ਹੈ ਸ਼ਬਦ ਯੂਜ਼ ਹੋ ਰਿਹਾ ਹੈ, ਇਟ ਮੀਨਸ ਕਿ ਭਾਰਤੀ ਲੇਖਨ ਪ੍ਰਣਾਲੀ ਦੇ ਅਨੁਸਾਰ ਅਸੀਂ ਇਸ ਨੂੰ ਲਿਖਣਾ ਹੈ। ਹਾਂਜੀ 30,010 30,010 ਸਭ ਤੋਂ ਪਹਿਲਾਂ ਅਸੀਂ 10 ਲਿਖ ਦਿੰਦੇ ਹਾਂ, 0 ਤੇ 1, ਠੀਕ ਹੈ। ਇਸ ਤੋਂ ਬਾਅਦ 0 ਫਿਰ ਲੱਗੇਗੀ ਕਿਉਂਕਿ 30,000 ਦੀ ਗੱਲ ਹੋ ਰਹੀ ਹੈ। ਹਾਂਜੀ ਇਹ ਤਾਂ ਹੋ ਗਿਆ 10 ਤੇ 0। ਸੱਜੇ ਪਾਸੇ ਤੋਂ 3 ਅੰਕ ਦਾ ਸਮੂਹ ਬਣਾਉਣਾ ਹੁੰਦਾ ਹੈ, ਕੋਮਾ ਲਗਾਵਾਂਗੇ, ਇਹ ਕੋਮਾ ਹੈ ਜੀ, ਕੋਮਾ, ਠੀਕ ਹੈ। ਹਾਂਜੀ 30,010 ਕਹਿ ਰਿਹਾ ਹੈ, ਤਾਂ 30,000 ਵਾਸਤੇ 0 ਤੇ 3 ਯਾਨੀ ਕਿ 3 ਆ ਗਿਆ, ਠੀਕ ਹੈ। 30,010 ਇਹ ਹੋ ਗਿਆ 30,010। ਫਿਰ 1000 ਤੋਂ ਬਾਅਦ ਅਸੀਂ ਕੋਮਾ ਲਗਾਉਣੇ ਹੁੰਦੇ ਹਾਂ, ਮਤਲਬ 2 ਅੰਕ ਲਿਖਣ ਤੋਂ ਬਾਅਦ ਭਾਰਤੀ ਲੇਖਨ ਪ੍ਰਣਾਲੀ ਦੇ ਵਿੱਚ। ਫਿਰ ਕਹਿ ਰਹੇ ਹਾਂ 23 ਲੱਖ ਵਾਸਤੇ ਅਸੀਂ 3 ਤੇ 2 ਲਿਖਾਂਗੇ। ਹਾਂਜੀ ਇਹ ਹੋ ਗਿਆ 23,30,010, ਠੀਕ ਹੈ। 2 3 ਕੋਮਾ 3 0 ਕੋਮਾ 0 1 0 2 3 ਕੋਮਾ 3 0 ਕੋਮਾ 0 1 0 23,30,010। ਕੁਐਸਚਨ ਨੰਬਰ 10 ਹੈ ਜੀ, 8 ਅੰਕਾਂ ਵਾਲੀਆਂ ਕੁੱਲ ਕਿੰਨੀਆਂ ਸੰਖਿਆਵਾਂ ਹਨ? 8 ਅੰਕਾਂ ਵਾਲੀਆਂ ਕੁੱਲ ਕਿੰਨੀਆਂ ਸੰਖਿਆਵਾਂ ਹਨ? ਬਿਲਕੁਲ ਸੇਮ ਜੋ ਹੈ ਇੱਕ ਐਗਜ਼ਾਮਪਲ ਦੇ ਵਿੱਚ ਦੇ ਰੱਖਿਆ ਹੈ ਕੁਐਸਚਨ, ਉਸੇ ਤੋਂ ਮੈਂ ਤੁਹਾਨੂੰ ਜੋ ਹੈ ਇਹ ਵਾਲਾ ਇਹਦਾ ਆਨਸਰ ਜੋ ਹੈ ਲਿਖਵਾਉਣਾ ਹਾਂ। ਹਾਂਜੀ ਇਹ ਉਦਾਹਰਨ ਨੰਬਰ 10 ਹੈ, ਐਗਜ਼ਾਮਪਲ ਨੰਬਰ 10 ਇਸੀ ਐਕਸਰਸਾਈਜ਼ ਦੀ ਅਭਿਆਸ ਦੀ, ਠੀਕ ਹੈ। ਇਹਦੇ ਵਿੱਚ ਸਾਡੇ ਕੋਲ 4 ਅੰਕਾਂ ਵਾਲੀਆਂ ਕੁੱਲ ਕਿੰਨੀਆਂ ਸੰਖਿਆਵਾਂ ਹਨ ਇਹ ਪੁੱਛਿਆ ਗਿਆ ਸੀ। ਹੁਣ ਸਾਡਾ ਜੋ ਪ੍ਰਸ਼ਨ ਹੈ, ਕੁਐਸਚਨ ਹੈ, ਉਹਦੇ ਵਿੱਚ 8 ਅੰਕਾਂ ਵਾਲੀਆਂ ਕੁੱਲ ਕਿੰਨੀਆਂ ਸੰਖਿਆਵਾਂ ਹਨ ਇਹ ਸਾਨੂੰ ਦੱਸਣੀਆਂ ਨੇ। ਦੇਖੋ ਅਗਰ ਗੱਲ ਕਰੀਏ 0 ਤੋਂ ਲੈ ਕੇ 9 ਤੱਕ ਦੀ, ਠੀਕ ਹੈ, ਜੋ ਇਹ ਅੰਕ ਹੁੰਦੇ ਨੇ 0 1 2 3 4 5 6 7 8 9, ਇਹਨਾਂ ਦੇ ਵਿੱਚ ਜਿਹੜਾ 9 ਹੈ ਯਾਨੀ ਕਿ 9 ਹੈ ਉਹ ਸਭ ਤੋਂ ਵੱਡਾ ਅੰਕ ਹੈ, ਸਭ ਤੋਂ ਵੱਡਾ ਡਿਜਿਟ ਹੈ, ਠੀਕ ਹੈ। ਤਾਂ ਅਸੀਂ ਕੀ ਕਰਨਾ ਹੈ, ਜਿਵੇਂ ਹੁਣ ਸਾਨੂੰ ਕੱਢਣਾ ਹੈ 8 ਅੰਕਾਂ ਵਾਲੀਆਂ ਕੁੱਲ ਕਿੰਨੀਆਂ ਸੰਖਿਆਵਾਂ ਹਨ। ਇਸੀ ਕੁਐਸਚਨ ਦੇ ਪੈਟਰਨ ਦੇ ਅਕੋਰਡਿੰਗ ਅਸੀਂ ਚੱਲਾਂਗੇ। ਦੇਖੋ ਜਿੱਥੇ ਇਹਨਾਂ ਨੇ 4 ਅੰਕ ਲਿਖਿਆ ਹੋਇਆ ਨਾ, ਇਸ ਨੂੰ ਅਸੀਂ ਰਿਪਲੇਸ ਕਰ ਦਾਂਗੇ 8 ਦੇ ਨਾਲ, ਇਸ ਨੂੰ 8 ਲਿਖ ਦਾਂਗੇ, ਠੀਕ ਹੈ। 4 ਦੀ ਜਗ੍ਹਾ ਤੇ ਅਸੀਂ ਲਿਖਾਂਗੇ 8। ਹਾਂਜੀ ਤਾਂ 8 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ, ਅਗਰ ਅਸੀਂ ਵੱਡੀ ਤੋਂ ਵੱਡੀ ਸੰਖਿਆ ਬਣਾਉਣੀ ਹੈ ਯਾਨੀ ਕਿ ਵੱਡੇ ਤੋਂ ਵੱਡਾ ਨੰਬਰ ਬਣਾਉਣਾ ਹੈ 8 ਅੰਕਾਂ ਵਾਲਾ, ਤਾਂ ਜੋ 0 ਤੋਂ ਲੈ ਕੇ ਜੋ 9 ਤੱਕ ਜੋ ਸਭ ਤੋਂ ਵੱਡਾ ਡਿਜਿਟ ਹੁੰਦਾ ਹੈ, ਅੰਕ ਹੁੰਦਾ ਹੈ 9, ਉਸੀ ਦੇ ਨਾਲ ਅਸੀਂ ਵੱਡੀ ਤੋਂ ਵੱਡੀ ਸੰਖਿਆ ਬਣਾ ਸਕਦੇ ਹਾਂ 8 ਅੰਕਾਂ ਵਾਲੀ। ਤਾਂ ਇੱਥੇ ਅਸੀਂ ਦੇਖੋ ਇਹਨਾਂ ਨੇ 4 ਅੰਕਾਂ ਵਾਲੀ ਬਣਾ ਰੱਖੀ ਸੀ 9 9 9 9, ਠੀਕ ਹੈ। ਕੀ ਹੋ ਗਿਆ ਇਹ 9,999, ਠੀਕ ਹੈ। ਇਹ 4 ਅੰਕਾਂ ਵਾਲੀ ਸੀ। ਹੁਣ ਅਸੀਂ ਬਣਾਉਣੀ ਹੈ 8 ਅੰਕਾਂ ਵਾਲੀ, ਤੇ ਅਸੀਂ ਜੋ ਹੈ 4 9 ਜੋ ਹੈ ਹੋਰ ਲਗਾਵਾਂਗੇ। ਆਈ ਹੋਪ ਕਿ ਤੁਹਾਨੂੰ ਇਹ ਸਮਝ ਆ ਰਿਹਾ ਹੋਣਾ ਹੈ। 8 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਇਹ ਹੈ ਵੀ ਅਸੀਂ 8 ਵਾਰੀ ਜੋ ਹੈ 9 ਨੂੰ ਲਿਖਾਂਗੇ, ਠੀਕ ਹੈ। ਉਹਦਾ ਕਾਰਨ ਕੀ ਹੈ ਵੀ ਵੱਡੀ ਤੋਂ ਵੱਡੀ ਸੰਖਿਆ ਦੇ ਵਿੱਚ ਅਸੀਂ 9 ਹੀ ਕਿਉਂ ਯੂਜ਼ ਕਰ ਰਹੇ ਹਾਂ, ਕਿਉਂਕਿ 0 ਤੋਂ ਲੈ ਕੇ 9 ਤੱਕ ਜੋ ਹੈ ਸਭ ਤੋਂ ਵੱਡਾ ਅੰਕ 9 ਹੀ ਹੁੰਦਾ ਹੈ, ਠੀਕ ਹੈ ਨਾ। 0 1 2 3 4 5 6 7 8 9 ਇਹਨਾਂ ਸਭ ਦੇ ਵਿੱਚੋਂ ਜੋ ਸਭ ਤੋਂ ਵੱਡਾ ਅੰਕ ਹੈ ਉਹ 9 ਹੀ ਹੈ। ਤੇ ਅਗਰ ਵੱਡੀ ਸੰਖਿਆ ਬਣਾਉਣੀ ਹੈ ਤਾਂ ਅਸੀਂ 9 ਦਾ ਹੀ ਯੂਜ਼ ਕਰਾਂਗੇ। ਹਾਂਜੀ ਹੁਣ ਇਹ ਸਾਡੇ ਕੋਲ ਬਣੀ ਹੈ ਵੈਸੇ ਸੰਖਿਆ, ਅਗਰ ਇਸ ਨੂੰ ਕਾਊਂਟ ਕਰੀਏ ਤਾਂ ਇਕਾਈ ਦਹਾਈ ਸੈਂਕੜਾ ਹਜ਼ਾਰ 10,000, ਇਕਾਈ ਦਹਾਈ ਸੈਂਕੜਾ ਹਜ਼ਾਰ 10,000 ਲੱਖ 10 ਲੱਖ ਕਰੋੜ 9 ਕਰੋੜ 99 ਲੱਖ 99,999 9 ਕਰੋੜ 99 ਲੱਖ 99,999, ਠੀਕ ਹੈ। ਇਹ ਜੋ ਹੈ 8 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਹੈ। ਹੁਣ ਇਸ ਤੋਂ ਬਾਅਦ ਅਸੀਂ ਕਰਨਾ ਕੀ ਹੈ, ਜੋ 7 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਹੈ ਉਹ ਬਣਾਵਾਂਗੇ। ਜਿਵੇਂ ਇੱਥੇ ਇਹਨਾਂ ਨੇ 3 ਅੰਕਾਂ ਦੀ ਬਣਾ ਰੱਖੀ ਸੀ, ਕਿਉਂਕਿ ਇੱਥੇ ਪ੍ਰਸ਼ਨ ਹੈਗਾ ਸੀ 4 ਅੰਕਾਂ ਵਾਸਤੇ, ਠੀਕ ਹੈ। ਤੇ ਹੁਣ ਅਸੀਂ 8 ਤੋਂ 1 ਪਿੱਛੇ ਜਾਵਾਂਗੇ, ਯਾਨੀ ਕਿ 7 ਅੰਕਾਂ ਵਾਲੀ ਬਣਾਵਾਂਗੇ।
ਇਹ ਜਿਹੜਾ 3 ਹੈ ਇਸ ਨੂੰ ਰਿਪਲੇਸ ਕਰਾਂਗੇ 7 ਨਾਲ। ਇਸ 3 ਦੀ ਜਗ੍ਹਾ ਤੇ ਤੁਸੀਂ ਜੋ ਹੈ ਉਹ 7 ਲਿਖਣਾ ਹੈ। 3 ਦੀ ਜੋ ਇਹ 3 ਹੈ ਉਸ ਨੂੰ ਰਿਪਲੇਸ ਕਰਨਾ ਹੈ 7 ਦੇ ਨਾਲ। ਹਾਂਜੀ, ਤਾਂ 7 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਵਾਸਤੇ ਸਾਨੂੰ ਜੋ ਹੈ ਕੀ ਕਰਨਾ ਪਏਗਾ ਵੀ ਜੋ 9 ਹੈ ਉਸ ਨੂੰ 7 ਵਾਰੀ ਲਿਖਣਾ ਪਏਗਾ। ਇਹ 3 ਵਾਰੀ ਇੱਥੇ ਲਿਖਿਆ ਹੋਇਆ ਹੈ ਤਾਂ ਇਸ ਨੂੰ 7 ਵਾਰੀ ਲਿਖਣ ਵਾਸਤੇ 4 ਵਾਰੀ ਹੋਰ ਐਡ ਕਰਾਂਗੇ ਮੀਨਸ ਕਿ 9 ਨੂੰ ਜੋ ਹੈ ਹੋਰ ਲਿਖਾਂਗੇ। ਦੇਖੋ 8 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਵਾਸਤੇ ਅਸੀਂ 9 ਨੂੰ 8 ਵਾਰੀ ਲਿਖਿਆ। 7 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਵਾਸਤੇ ਅਸੀਂ 9 ਨੂੰ 7 ਵਾਰੀ ਲਿਖਿਆ। ਹੁਣ ਕਰਨਾ ਕੀ ਹੈ, ਸਾਡਾ ਕੁਐਸਚਨ ਇਹ ਸੀ ਵੀ 8 ਅੰਕਾਂ ਵਾਲੀ ਕੁੱਲ ਕਿੰਨੀਆਂ ਸੰਖਿਆਵਾਂ ਹਨ। ਇਸ ਨੂੰ ਫਾਈਂਡ ਆਊਟ ਮਤਲਬ ਇਸ ਨੂੰ ਕੱਢਣ ਦਾ ਜੋ ਮੈਥਡ ਹੈ ਉਹ ਇਹ ਹੈ। ਦੇਖੋ ਇੱਕ ਤਾਂ ਅਸੀਂ ਇੱਥੇ ਲਿਖਾਂਗੇ 8, 4 ਨੂੰ ਹਟਾ ਕੇ 8 ਕਰਾਂਗੇ, ਠੀਕ ਹੈ। ਜਿੱਥੇ 4 ਆ ਰਿਹਾ ਹੈ ਉਸ ਨੂੰ 8 ਕਰ ਦਿਓ, ਜਿੱਥੇ 3 ਆ ਰਿਹਾ ਹੈ ਉਸ ਨੂੰ 7 ਕਰ ਦਿਓ। ਹਾਂਜੀ, 8 ਅੰਕਾਂ ਵਾਲੀਆਂ ਕੁੱਲ ਸੰਖਿਆਵਾਂ, ਠੀਕ ਹੈ, ਬਰਾਬਰ ਹੈ ਯਾਨੀ ਕਿ ਇਕੁਅਲ ਟੂ 8 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਇਹ ਹੋ ਜਾਏਗੀ 9 9 9 ਤੇ 9, ਠੀਕ ਹੈ। ਜੋ 4 9 ਪਹਿਲਾਂ ਲਿਖੇ ਹੋਏ ਸੀ ਉਸ ਦੇ ਅੱਗੇ ਮੈਂ 4 9 ਹੋਰ ਲਗਾਏ हैं, ठीक है। ਇਹ ਵਾਲੀ ਸੰਖਿਆ ਮੈਂ ਲਿਖੀ ਹੈ, ਇਹ ਵਾਲੀ। ਹਾਂਜੀ, ਮਾਈਨਸ ਕਰਨਾ ਹੈ ਯਾਨੀ ਕਿ ਘਟਾਉਣਾ ਹੈ, ਸਬਟਰੈਕਟ ਕਰਨਾ ਹੈ 7 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ। 3 9 ਪਹਿਲਾਂ ਹੀ ਲੱਗੇ ਹੋਏ ਨੇ, 4 ਅਸੀਂ ਹੋਰ ਲਿਖਾਂਗੇ ਕਿਉਂਕਿ 7 ਸਾਨੂੰ ਜੋ ਹੈ 7 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਲਿਖਣੀ ਹੈ। ਹਾਂਜੀ, ਹੁਣ ਸਬਟਰੈਕਸ਼ਨ ਅਸੀਂ ਕਰਾਂਗੇ, ਮਾਈਨਸ ਅਸੀਂ ਕਰਾਂਗੇ। ਮਾਈਨਸ ਮੈਂ ਤੁਹਾਨੂੰ ਚਲੋ ਇੱਥੇ ਹੀ ਕਰਕੇ ਦਿਖਾ ਦੇਣਾ ਹਾਂ। ਵੈਸੇ ਮਾਈਨਸ ਵਾਸਤੇ ਥੋੜੀ ਜਿਹੀ ਜਗ੍ਹਾ ਮੈਨੂੰ ਚਾਹੀਦੀ ਹੈ, ਤਾਂ ਦੇਖੋ ਇਸ ਨੂੰ ਤੁਸੀਂ ਨੋਟ ਡਾਊਨ ਕਰ ਲਓ। ਮੈਂ ਇੱਕ ਵਾਰੀ ਬੋਲ ਰਿਹਾ ਹਾਂ, ਫਿਰ ਇਸ ਤੋਂ ਬਾਅਦ ਮੈਂ ਇਸ ਨੂੰ ਇਰੇਜ਼ ਕਰਨਾ ਹੈ। 8 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਬਰਾਬਰ ਹੈ ਅਸੀਂ 9 ਨੂੰ ਜੋ ਹੈ 8 ਵਾਰੀ ਲਿਖਾਂਗੇ, ਠੀਕ ਹੈ। 7 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਅਸੀਂ 9 ਨੂੰ ਜੋ ਹੈ 7 ਵਾਰੀ ਲਿਖਾਂਗੇ। ਫਿਰ 8 ਅੰਕਾਂ ਵਾਲੀਆਂ ਕੁੱਲ ਸੰਖਿਆਵਾਂ, ਠੀਕ ਹੈ, ਬਰਾਬਰ ਹੈ 8 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਜੋ ਕਿ ਅਸੀਂ ਲਿਖੀ ਹੈ ਨੀਚੇ, ਇਹ ਦੇਖ ਸਕਦੇ ਹੋ ਤੁਸੀਂ ਵੀ ਜੋ 9 ਹੈ ਉਸ ਨੂੰ ਅਸੀਂ 8 ਵਾਰੀ ਲਿਖਿਆ ਹੈ, ਠੀਕ ਹੈ। ਮਾਈਨਸ ਕਰਾਂਗੇ 7 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਤੇ ਜੋ 9 ਹੈ ਉਸ ਨੂੰ 7 ਵਾਰੀ ਲਿਖ ਕੇ ਅਸੀਂ ਮਾਈਨਸ ਕਰਨਾ ਹੈ, ਠੀਕ ਹੈ। ਹੁਣ ਇਸ ਨੂੰ ਨੋਟ ਡਾਊਨ ਕਰ ਲਓ ਕਿਉਂਕਿ ਮੈਂ ਇਰੇਸ ਕਰਨ ਲੱਗਿਆ ਹਾਂ। ਹਾਂਜੀ, ਹੁਣ ਅਸੀਂ ਸਬਟਰੈਕਸ਼ਨ ਕਰਾਂਗੇ। ਪਹਿਲਾਂ ਸਬਟਰੈਕਸ਼ਨ ਹੋ ਨਹੀਂ ਰਹੀ ਸੀ। ਹਾਂਜੀ, 8 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਵਾਸਤੇ ਅਸੀਂ 9 ਨੂੰ 8 ਵਾਰੀ ਲਿਖਾਂਗੇ। ਹਾਂਜੀ, ਮਾਈਨਸ ਕਰਨਾ ਹੈ ਅਸੀਂ 7 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਨੂੰ ਯਾਨੀ ਕਿ 9 ਨੂੰ ਅਸੀਂ 7 ਵਾਰੀ ਲਿਖਾਂਗੇ। ਹਾਂਜੀ ਹਾਂਜੀ, ਸਬਟਰੈਕਸ਼ਨ ਕਰਨੀ ਹੈ। ਦੇਖੋ 9 ਦੇ ਵਿੱਚੋਂ 9 ਗਏ 0, 9 ਦੇ ਵਿੱਚੋਂ 9 ਗਏ 0, 9 ਦੇ ਵਿੱਚੋਂ 9 ਗਏ 0 0 0 0 0, ਇਹ ਵਾਲਾ 9 ਬਚਿਆ, ਇਸ ਨੂੰ ਅਸੀਂ ਇੱਥੇ ਲਿਖ ਦਾਂਗੇ। ਤਾਂ ਇਹ ਜੋ ਹੈ 8 ਅੰਕਾਂ ਦੀ ਮਤਲਬ ਜੋ ਸਾਡਾ ਪ੍ਰਸ਼ਨ ਸੀ ਨਾ, ਕੁਐਸਚਨ ਸੀ ਵੀ 8 ਅੰਕਾਂ ਦੀ ਕਿੰਨੀਆਂ ਸੰਖਿਆਵਾਂ ਹੋਣਗੀਆਂ, ਤਾਂ ਇੰਨੀਆਂ ਸੰਖਿਆਵਾਂ ਹੋਣਗੀਆਂ। ਇਹ ਦੇਖ ਲਓ ਤੁਸੀਂ ਕਿੰਨੀਆਂ ਬੰਦੀਆਂ ਨੇ, ਇਕਾਈ, ਦਹਾਈ, ਸੈਂਕੜਾ, ਹਜ਼ਾਰ, 10,000, ਲੱਖ, 10 ਲੱਖ, ਕਰੋੜ। 9 ਕਰੋੜ ਹੋ ਗਈਆਂ, ਠੀਕ ਹੈ। ਇਕਾਈ, ਦਹਾਈ, ਸੈਂਕੜਾ, ਹਜ਼ਾਰ, 10,000, ਲੱਖ, 10 ਲੱਖ, ਕਰੋੜ। ਹਾਂ, 9 ਕਰੋੜ ਸੰਖਿਆਵਾਂ ਹੋ ਗਈਆਂ 8 ਅੰਕਾਂ ਵਾਲੀਆਂ। ਇਹਦੇ ਵਾਸਤੇ ਅਸੀਂ ਕਰਨਾ ਕੀ ਹੁੰਦਾ ਹੈ ਵੀ ਜੋ 8 ਅੰਕਾਂ ਵਾਲੀ ਵੱਡੀ ਸੰਖਿਆ ਹੁੰਦੀ ਹੈ, ਠੀਕ ਹੈ, ਉਸ ਦੇ ਵਿੱਚੋਂ 7 ਅੰਕਾਂ ਵਾਲੀ ਵੱਡੀ ਸੰਖਿਆ ਨੂੰ ਮਾਈਨਸ ਕਰਨਾ ਹੁੰਦਾ ਹੈ, ਸਬਟਰੈਕਸ਼ਨ ਕਰਨਾ ਹੁੰਦਾ ਹੈ।
ਕੁਐਸਚਨ ਸੀ 8 ਅੰਕਾਂ ਵਾਲੀਆਂ ਕੁੱਲ ਕਿੰਨੀਆਂ ਸੰਖਿਆਵਾਂ ਹਨ? ਤਾਂ ਸਾਡਾ ਆਨਸਰ ਹੋਏਗਾ 8 ਅੰਕਾਂ ਵਾਲੀਆਂ 9 ਕਰੋੜ ਸੰਖਿਆਵਾਂ ਹਨ। ਕੁਐਸਚਨ ਨੰਬਰ 11 ਹੈ ਖਾਲੀ ਥਾਵਾਂ ਭਰੋ। ਦੇਖੋ ਇਹਦੇ ਵਿੱਚ ਇਹਨਾਂ ਨੇ ਇਹ ਪਾਰਟ ਦੇ ਵਿੱਚ ਸਾਨੂੰ ਜੋ ਹੈ ਦਿੱਤਾ ਹੈ 1 ਲੱਖ। 1 ਲੱਖ ਜੋ ਹੈ ਉਹ 10 ਹਜ਼ਾਰ ਦੇ ਬਰਾਬਰ ਹੁੰਦਾ ਹੈ, ਤਾਂ ਤੁਸੀਂ ਇੱਥੇ 10,000 ਲਿਖ ਦੇਣਾ ਹੈ। ਮੈਂ ਇੱਥੇ ਬ੍ਰਸ਼ ਦਾ ਯੂਜ਼ ਕਰ ਰਿਹਾ ਹਾਂ, ਤਾਂ ਕਰਕੇ ਥੋੜ੍ਹੀ ਜੋ ਰਾਈਟਿੰਗ ਹੈ ਉਹ ਸਾਫ਼ ਨਹੀਂ ਆ ਰਹੀ ਹੈ। ਤੁਸੀਂ ਆਪਣਾ ਸਾਫ਼ ਜੋ ਹੈ ਰਾਈਟਿੰਗ ਦੇ ਵਿੱਚ ਇਸ ਨੂੰ ਲਿਖਣਾ ਹੈ, ਠੀਕ ਹੈ। ਇਹ 10 ਮੈਂ ਲਿਖਿਆ ਹੈ, 1 ਲੱਖ ਬਰਾਬਰ ਹੈ 10,000 ਦੇ, ਠੀਕ ਹੈ। ਅੱਗੇ ਹੈ ਜੀ 1 ਮਿਲੀਅਨ, ਇਹ ਵੀ ਜੋ ਹੈ 100,000 ਦੇ ਬਰਾਬਰ ਹੁੰਦਾ ਹੈ। 1 ਮਿਲੀਅਨ ਇਜ਼ ਇਕੁਅਲ ਟੂ ਬਰਾਬਰ ਹੈ 100,000। ਨੈਕਸਟ 1 ਕਰੋੜ, ਇਹ ਜੋ ਹੈ 10 ਲੱਖ ਦੇ ਬਰਾਬਰ ਹੁੰਦਾ ਹੈ। 1 ਕਰੋੜ ਬਰਾਬਰ ਹੈ 10 ਲੱਖ ਦੇ। 1 ਕਰੋੜ ਇਜ਼ ਇਕੁਅਲ ਟੂ ਮਿਲੀਅਨ ਦੇ ਵਿੱਚ ਪੁੱਛਿਆ ਹੈ, ਤਾਂ ਇਹ ਵੀ ਜੋ ਹੈ 10 ਮਿਲੀਅਨ ਦੇ ਬਰਾਬਰ ਹੁੰਦਾ ਹੈ। ਹਾਂਜੀ, ਈ ਪਾਰਟ ਦੇ ਵਿੱਚ 1 ਮਿਲੀਅਨ ਬਰਾਬਰ ਹੈ ਕਿੰਨੇ ਲੱਖ ਦੇ, ਤਾਂ ਇਹ ਵੀ ਜੋ ਹੈ 10 ਲੱਖ ਦੇ ਬਰਾਬਰ ਹੁੰਦਾ ਹੈ 1 ਮਿਲੀਅਨ। 1 ਮਿਲੀਅਨ ਦੇ ਵਿੱਚ 10 ਲੱਖ ਹੁੰਦੇ ਨੇ, ਠੀਕ ਹੈ। ਮੇਰੀ ਥੋੜ੍ਹੀ ਰਾਈਟਿੰਗ ਸਾਫ਼ ਨਹੀਂ ਆ ਰਹੀ ਹੈ ਬ੍ਰਸ਼ ਦੇ ਕਰਕੇ, ਤੁਸੀਂ ਆਪਣਾ ਸਾਫ਼ ਰਾਈਟਿੰਗ ਦੇ ਵਿੱਚ ਹੀ ਇਸ ਨੂੰ ਲਿਖਣਾ ਹੈ। 1 ਕਰੋੜ ਬਰਾਬਰ ਹੈ 10 ਲੱਖ ਦੇ। 1 ਕਰੋੜ ਬਰਾਬਰ ਹੈ 10 ਮਿਲੀਅਨ ਦੇ। 1 ਮਿਲੀਅਨ ਬਰਾਬਰ ਹੈ 10 ਲੱਖ ਦੇ।